ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੌਸਮ ਠੀਕ ਰਿਹਾ। ਮੀਂਹ ਦੀ ਖਬਰ ਕਿਤੋਂ ਪ੍ਰਾਪਤ ਨਹੀਂ ਹੋਈ, ਪਰ ਹਾਂ ਉੱਤਰਾਖੰਡ ਦੇ ਵਿੱਚ ਮੌਤਾਂ ਦੀ ਗਿਣਤੀ ਵਧੀ ਹੈ। ਉੱਤਰਾਖੰਡ 'ਚ, ਕੇਰਲ ਦੇ ਵਿੱਚ ਕਈ ਹੋਰ ਥਾਵਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਬਹੁਤ ਖਤਰਨਾਕ ਮੀਂਹ ਵਰ ਰਿਹਾ, ਉਹਦੇ ਕਰਕੇ ਲੋਕਾਂ ਦੀ ਮੌਤਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਹਿਮਾਚਲ ਪ੍ਰਦੇਸ਼ ਦੇ ਵੱਲ ਬਰਫ਼ਬਾਰੀ ਹੋਈ ਹੈ। ਲਾਹੌਲ ਸਪੀਤੀ ਦੇ ਵੱਲ 1 ਤੋਂ ਲੈ ਕੇ 1.5 ਫੁੱਟ ਪੌਣੇ 2 ਫੁੱਟ ਤੱਕ ਬਰਫ਼ਬਾਰੀ ਹੋ ਗਈ ਹੈ, ਬਰਫ਼ ਪੈ ਗਈ ਹੈ, ਜਿਹਦੇ ਕਰਕੇ ਮੈਦਾਨੀ ਖੇਤਰਾਂ ਦੇ ਵੱਲ ਭਾਵੇਂ ਉਹ ਹਰਿਆਣਾ ਹੋਵੇ, ਦਿੱਲੀ ਹੋਵੇ ਜਾਂ ਪੰਜਾਬ, ਇੱਥੇ ਵੀ 3 ਤੋਂ ਲੈ ਕੇ 5 ਡਿਗਰੀ ਤੱਕ ਪਾਰਾ ਜਿਹੜਾ ਉਹ ਥੱਲੇ ਨੂੰ ਆ ਗਿਆ, ਯਾਨੀ ਕਿ ਲੁੜਕ ਗਿਆ। ਸੋ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ। ਜੇਕਰ ਪੈ ਜਾਂਦਾ ਤਾਂ ਝੋਨੇ ਦੀ ਫਸਲ ਦਾ ਨੁਕਸਾਨ ਹੋਣ ਦੀ ਵੀ ਸੰਭਾਵਨਾ ਹੈ। ਸੋ ਮੀਂਹ ਨਾ ਪਵੇ, ਇਹਦੀ ਕਾਮਨਾ ਕਰਦੇ ਆ। ਪਰ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈ ਤਾਂ ਨਿਹੰਗ ਸਿੰਘ ਨਾਲ ਸੰਬੰਧਿਤ, ਪਰ ਉਸ ਤੋਂ ਪਹਿਲਾਂ ਇੱਕ ਹੋਰ ਜਾਣਕਾਰੀ ਸਾਂਝੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਭੂਆ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਨੂੰ ਜਿਸ ਤਰੀਕੇ ਦੇ ਨਾਲ ਇੱਕ ਸਧਾਰਨ ਨੌਜਵਾਨ ਨੂੰ, ਇੱਕ ਸਵਾਲਕਰਤਾ ਨੂੰ ਕੁੱਟਦਿਆਂ ਦਾ ਵੀਡੀਓ ਵਾਇਰਲ ਹੋਇਆ, ਉਹਨੂੰ ਦੇਖ ਕੇ ਬਹੁਤ ਦੁੱਖ ਹੋਇਆ। ਜਿਨ੍ਹਾਂ ਨੂੰ ਅਸੀਂ ਇੱਕ ਕੀਮਤੀ ਵੋਟ ਕਤਾਰਾਂ ਦੇ ਵਿੱਚ ਖੜ੍ਹ ਕੇ ਪਾਉਂਦੇ ਆ, ਉਹ ਸਾਡੇ ਜੇਕਰ ਇਉਂ ਮੂੰਹ ਦੇ ਉੱਤੇ ਚਪੇੜਾ ਮਾਰਨਗੇ ਤਾਂ ਇਹਦਾ ਅਰਥ ਕੀ ਕੱਢਿਆ ਜਾਵੇ? ਕਸੂਰ ਕੀ ਸੀ ਇਸ ਮੁੰਡੇ ਦਾ? ਪਹਿਲਾਂ ਤਾਂ ਸਵਾਲ ਇਹੀ ਹੈ। ਇਹ ਜਿਹੜੇ ਵਿਧਾਇਕ ਸਾਹਿਬ ਆ, ਇਹ ਗਏ ਸੀ ਜੀ ਇੱਕ ਜਗਰਾਤੇ ਦੇ ਪ੍ਰੋਗਰਾਮ ਦੇ ਵਿੱਚ। ਉੱਥੇ ਇਹ ਸੰਬੋਧਨ ਕਰ ਰਹੇ ਆ, ਹਾਜ਼ਰੀਨ ਵੀ ਆ ਉੱਥੇ ਆਪਦੀਆਂ ਵੋਟਾਂ ਦੇ ਬਾਰੇ ਜਾਂ ਹੋਰ ਗੱਲਾਂ ਬਾਤਾਂ ਕਰ ਰਹੇ ਆ। ਇੱਕ ਨੌਜਵਾਨ ਜਿਹਨੂੰ ਕਿ ਪਹਿਲਾਂ ਪੁਲਿਸ ਮੁਲਾਜ਼ਮ ਡੱਕ ਰਹੇ ਆ, ਪਰ ਬਾਅਦ ਦੇ ਵਿੱਚ ਉਹ ਨੌਜਵਾਨ ਆ ਜਿਹੜਾ ਉਹ ਪਹੁੰਚ ਜਾਂਦਾ ਵਿਧਾਇਕ ਜੋਗਿੰਦਰਪਾਲ ਦੇ ਕੋਲ। ਉਹ ਜਾਣ ਸਾਰੇ ਗੱਲ ਕਹਿੰਦਾ ਵੀ ਤੂੰ ਹਲਕੇ ਦੇ ਲਈ ਕੀ ਕੀਤਾ। ਇੰਨੀ ਗੱਲ ਕਹਿਣ ਦੀ ਦੇਰ ਸੀ, ਥਾੜ ਕਰਕੇ ਉਹਦੇ ਮੂੰਹ ਦੇ ਉੱਤੇ ਚਪੇੜ ਵਿਧਾਇਕ ਦੇ ਵੱਲੋਂ ਮਾਰੀ ਜਾਂਦੀ ਹੈ। ਅਤੇ ਜਿਹੜੇ ਨਾਲ ਗਨਮੈਨ ਆ ਵਰਦੀਆਂ ਦੇ ਵਿੱਚ, ਉਹਨਾਂ ਨੇ ਵੀ ਨਿਰਪੱਖਤਾ ਵਾਲੀ ਗੱਲ ਨਹੀਂ ਕੀਤੀ। ਉਹ ਵੀ ਮਗਰ ਜਿਵੇਂ ਵਿਧਾਇਕ ਕੁੱਟ ਰਹੇ ਆ, ਕੂਣੀਆਂ ਮਾਰ ਰਹੇ ਆ, ਉਹਦੇ ਹੁੱਜਾ ਮਾਰ ਰਹੇ ਆ, ਉਹਦੀ ਪਿੱਠ ਦੇ ਉੱਤੇ ਮਾਰ ਰਹੇ ਆ, ਅਤੇ ਉਹ ਵੀ ਨਾਲ ਹੀ ਲੱਗ ਜਾਂਦੇ, ਜਿਹੜੀ ਕਿ ਰਲ ਮਿਲ ਕੇ ਉਸ ਮੁੰਡੇ ਨੂੰ ਕੁੱਟਿਆ। ਅਤੇ ਕਈ ਜਿਹੜੇ ਝੋਲੀ ਚੱਕ ਜੇ ਹੁੰਦੇ ਆ, ਉਹ ਵੀ ਵਿੱਚ ਨਾਲ ਹੀ ਲੱਗ ਪਏ ਵੀ ਭਾਈ ਆਪਾਂ ਵੀ ਹੁਣ ਹੱਥ ਝਾੜ ਹੀ ਲੱਗੇ। ਕਹਿਣ ਦਾ ਭਾਵ ਇਹ ਹੈ ਕਿ ਜੇਕਰ ਤੁਸੀਂ ਸਵਾਲ ਕਰੋਗੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਤਾਂ ਫਿਰ ਤੁਹਾਡੇ ਚਪੇੜਾਂ ਪੈਣਗੀਆਂ। ਇਹਦਾ ਅਰਥ ਇਹ ਨਿਕਲਦਾ। ਹੁਣ ਪਾਰਟੀ ਦੇ ਪ੍ਰਧਾਨ ਸਾਹਿਬ ਆ ਜਿਹੜੇ, ਜਾਂ ਇਸ ਵਕਤ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਜਿਹੜੇ, ਉਹ ਕੀ ਕਾਰਵਾਈ ਕਰਨਗੇ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ। ਪਰ ਇੱਕ ਮਾਤੜ ਕੁੱਟਤਾ, ਬੇਹੱਦ ਦੁੱਖ ਹੋਇਆ ਇਸ ਗੱਲ ਦੇ ਉੱਤੇ, ਗਰੀਬ ਮਾਰ ਹੋਈ ਆ। ਅਸਲ ਦੇ ਵਿੱਚ ਸਵਾਲ ਕਰਨ ਦੇ ਕਰਕੇ ਇੰਨੀ ਵੱਡੀ ਸਜ਼ਾ ਦਿਓਗੇ? ਸਵਾਲ ਕਰਨ ਵਾਲੇ ਦਾ ਕਸੂਰ ਕੀ ਆ, ਇਹ ਵੀ ਨਹੀਂ ਸੁਣੋਗੇ, ਇਹ ਵੀ ਨਹੀਂ ਜਾਣੋਗੇ। ਹਾਂ, ਇਹ ਗੱਲ ਹੋ ਸਕਦੀ ਹੈ ਵੀ ਵਿਧਾਇਕ ਕਵੇ ਜੀ ਕਿ ਮੈਨੂੰ ਤੂੰ ਕਿਵੇਂ ਕਿਹਾ, ਹਾਲਾਂਕਿ ਮੈਨੂੰ ਇਹ ਗੱਲ ਵੱਡੀ ਨਹੀਂ ਲੱਗਦੀ। ਉਹਨੇ ਕਿਹਾ ਜੀ ਕਿ ਤੂੰ ਕੀ ਕੀਤਾ ਹਲਕੇ ਦੇ ਲਈ। ਇਹ ਵਿਧਾਇਕ ਇਹ ਗੱਲ ਕਹਿ ਸਕਦੇ ਸੀ ਕਿ ਤੂੰ ਨਹੀਂ ਬੇਟੇ, ਤੁਸੀਂ ਹੁੰਦਾ, ਤੁਸੀਂ ਕਹੋ ਅਤੇ ਮੈਂ ਵੀ ਤੁਹਾਨੂੰ ਤੁਸੀਂ ਕਹਿ ਕੇ ਸੰਬੋਧਨ ਕਰਦਾ। ਤੁਹਾਡੇ ਕਰਕੇ ਤਾਂ ਮੈਂ ਆ ਇੱਥੇ, ਅਤੇ ਮੈਂ ਆਹ ਕੰਮ ਕੀਤੇ ਆ ਹੁਣ ਤੱਕ ਹਲਕੇ ਦੇ, ਆਹ ਮੈਥੋਂ ਰਹਿ ਗਿਆ ਅਤੇ ਇਹ ਮੈਂ ਕਰ ਦੂੰਗਾ। ਪਹਿਲਾਂ ਆਹ ਨਹੀਂ ਸੀ ਹੋਏ, ਮੈਂ ਆਹ ਕਰਤੇ, ਹੁਣ ਆਹ ਰਹਿੰਦੇ ਅਤੇ ਮੈਂ ਇੰਨੇ ਸਮੇਂ ਦੇ ਵਿੱਚ ਆਹ ਕਰ ਦੂੰ। ਇਹ ਤਾਂ ਹੋਈ ਤੁੱਕ, ਇਹ ਤਾਂ ਹੋਇਆ ਤਰਕ। ਪਰ ਤੁਸੀਂ ਥੜ ਉਹਦੇ ਚਪੇੜਾ ਮਾਰਨ ਲੱਗ ਗਏ ਗੱਲਾਂ ਦੇ ਉੱਤੇ। ਕੀ ਕਹੀਏ, ਲਾਹਨਤ ਪਾਈਏ ਜਾਂ ਕੁਝ ਹੋਰ ਕਹੀਏ? ਇਸ ਮਾਮਲੇ ਦੇ ਉੱਤੇ ਹੁਣ ਰਾਜਨੀਤੀ ਛਿੜੀ ਹੋਈ ਹੈ। ਮਾਤੜ ਪਰਿਵਾਰ ਆ, ਪਤਾ ਨਹੀਂ ਇਸ ਮਾਮਲੇ ਦੇ ਉੱਤੇ ਕਦੋਂ ਪੈਰ ਪਿਛਾਂਹ ਨੂੰ ਖਿਸਕਾ ਲਏ, ਕੁਝ ਨਹੀਂ ਕਹਿ ਸਕਦੇ। ਪਰ ਇੱਦਾਂ ਦੀਆਂ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ। ਅਤੇ ਮੇਰੀ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਹੈ, ਜਦੋਂ ਵੀ ਤੁਹਾਡੇ ਹਲਕੇ ਦੇ ਵਿੱਚ ਕੋਈ ਵਿਧਾਇਕ, ਕੋਈ ਵੀ ਚੁਣਿਆ ਹੋਇਆ ਨੁਮਾਇੰਦਾ ਕਿਸੇ ਵੀ ਪਾਰਟੀ ਦਾ ਆਉਂਦਾ, ਉਹਨੂੰ ਤਿੱਖੇ ਸਵਾਲ ਮਰਿਆਦਾ ਦੇ ਮੁਤਾਬਕ ਜ਼ਰੂਰ ਪੁੱਛਿਆ ਕਰੋ। ਅਤੇ ਜੇਕਰ ਕੋਈ ਇੱਦਾਂ ਦੀ ਗੱਲ ਹੁੰਦੀ ਹੈ ਤਾਂ ਮੈਂ ਨਹੀਂ ਕਹਿੰਦਾ ਵੀ ਕਿਸੇ ਦੇ ਕੁੱਟ ਕਟਾਪਾ ਕਰੋ, ਪਰ ਮੈਂ ਇਹ ਬੇਨਤੀ ਜ਼ਰੂਰ ਕਰਦਾ ਵੀ ਯਾਰ ਤੁਸੀਂ ਵੀ ਉਸ ਬੰਦੇ ਦੇ ਨਾਲ ਮਿਲ ਕੇ ਮਾਤੜ ਨੂੰ ਕੁੱਟਣ ਦਾ ਕੰਮ ਨਾ ਕਰਿਆ ਕਰੋ। ਤੁਹਾਡੇ ਵੀ ਛਿੱਤਰ ਐਂ ਪੈ ਸਕਦੇ ਜਿਵੇਂ ਕਿ ਅੱਜ ਇਸ ਨੌਜਵਾਨ ਦੇ ਪਏ ਆ। ਇਸ ਕਰਕੇ ਉਹਨੂੰ ਛਡਾਉਣ ਦਾ ਕੰਮ ਤਾਂ ਕਰ ਸਕਦੇ ਹਾਂ, ਪਰ ਨਾਲ ਆਪਾਂ ਵੀ ਉਹਦੇ ਲੱਤਾਂ ਮਾਰਨ ਲੱਗ ਜਾਈਏ, ਆਪਾਂ ਵੀ ਮੁੱਕੇ ਮਾਰਨ ਲੱਗ ਜਾਈਏ, ਇਹ ਤਾਂ ਲਾਹਨਤ ਫਿਰ ਸਭ ਨੂੰ ਬਰਾਬਰ ਦੀ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਨਿਹੰਗ ਸਿੰਘ ਅਮਨ ਦੇ ਬਾਰੇ ਆ, ਬਾਬਾ ਅਮਨ ਸਿੰਘ। ਜਿਸ ਤਰੀਕੇ ਦੇ ਨਾਲ ਉਹਦੇ ਬਾਰੇ ਨਵੇਂ ਖੁਲਾਸੇ ਹੋ ਰਹੇ ਆ, ਉਹ ਹੈਰਾਨੀਜਨਕ ਹੈ। ਕੱਲ੍ਹ ਇੱਕ ਤਾਂ ਵੀਡੀਓ ਉਹਨਾਂ ਦੇ ਵੱਲੋਂ ਜਾਰੀ ਕੀਤੀ ਗਈ ਹੈ ਨਿਹੰਗ ਸਿੰਘਾਂ ਦੇ ਵੱਲੋਂ। ਉਸ ਵੀਡੀਓ ਦੇ ਵਿੱਚ ਜਿਹੜਾ ਲਖਵੀਰ ਸਿੰਘ ਆ, ਜਿਹੜਾ ਕਿ ਪਿਛਲੇ ਦਿਨੀ ਬੇਅਦਬੀ ਦੇ ਦੋਸ਼ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ, ਨਿਹੰਗ ਸਿੰਘ ਕਹਿੰਦੇ ਵੀ ਸੋਧਾ ਲਾਇਆ, ਉਹਦੀ ਇੱਕ ਵੀਡੀਓ ਆਈ ਆ। ਹਾਲੇ ਉਹਦੇ ਹੱਥ ਪੈਰ ਕੱਟੇ ਨਹੀਂ, ਪਰ ਜਿਵੇਂ ਕਿ ਦਾਅਵਾ ਕੀਤਾ ਜਾ ਰਿਹਾ ਵੀ ਉਹਦੇ ਵੱਲੋਂ ਇੱਕ ਨੰਬਰ ਵੀ ਦੱਸਿਆ ਜਾ ਰਿਹਾ ਵੀ ਸਾਡੇ ਨਾਲ ਕਿਹੜੇ ਲੋਕ ਹੋਰ ਆ, ਅਤੇ 30,000 ਰੁਪਈਆ ਅਸੀਂ ਲਿਆ। ਇਹ ਸਾਰੀਆਂ ਗੱਲਾਂ ਉਹਦੇ ਵੱਲੋਂ ਕਹਿੰਦੇ ਵੀ ਕਬੂਲ ਕੀਤੀਆਂ ਜਾ ਰਹੀਆਂ। ਪਰ ਜਿਹੜਾ ਨੰਬਰ ਉੱਥੇ ਬੋਲਿਆ ਗਿਆ ਲਖਬੀਰ ਦੇ ਵੱਲੋਂ, ਜਾਂ ਜਿਹੜੇ ਉੱਥੇ ਹਾਜ਼ਰ ਖੜੇ ਆ ਉਹਨਾਂ ਨੇ ਦੱਸਿਆ, ਅਤੇ ਉਸ ਨੰਬਰ ਦੇ ਉੱਤੇ ਜਦੋਂ ਫੋਨ ਕਰਕੇ ਦੇਖਦੇ ਆ ਜਾਂ ਜਦੋਂ ਪੱਤਰਕਾਰ ਉਸ ਨੰਬਰ ਦੇ ਕੋਲੇ ਜਾਂਦੇ ਤਾਂ ਉਹ ਪ੍ਰਗਟ ਸਿੰਘ ਦਾ ਨੰਬਰ ਨਿਕਲਦਾ। ਪ੍ਰਗਟ ਸਿੰਘ ਇਹ ਗੱਲ ਕਹਿਣਾ ਵੀ ਸਾਡੇ ਕੋਲੇ 30,000 ਰੁਪਈਆ ਕਿੱਥੇ, ਅਸੀਂ 30,000 ਰੁਪਈਆ ਕਿਹਨੂੰ ਦੇਣਾ,
ਅਸੀਂ ਆਪ ਗੁਰਬਾਣੀ ਦਾ ਬਹੁਤ ਸਤਿਕਾਰ ਕਰਦੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ। ਅਸੀਂ ਹੋ ਸਕਦਾ ਹੈ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨਾਲੋਂ ਵੱਧ ਆ ਜਿਹੜੇ ਉਹ ਆਸਥਾਵਾਨ ਹੋਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ, ਪਰ ਹਾਂ ਉਹ ਸਾਡੇ ਘਰ ਦੇ ਵਿੱਚ ਮੱਝਾਂ ਦੇ ਲਈ, ਪਸ਼ੂਆਂ ਦੇ ਲਈ, ਡੰਗਰਾਂ ਦੇ ਲਈ ਪੱਠੇ ਦੱਥੇ ਦਾ ਕੰਮ ਕਰਦਾ ਰਿਹਾ, ਪਰ ਉਹਦੇ ਜ਼ੁਬਾਨ ਦੇ ਉੱਤੇ ਸਾਡਾ ਨੰਬਰ ਚੜ੍ਹਿਆ ਹੋਊਗਾ, ਯਾਦ ਹੀ ਸਾਡਾ ਨੰਬਰ ਹੋਊਗਾ, ਜਿਹਦੇ ਕਰਕੇ ਉਹਨੇ ਇਹ ਨੰਬਰ ਮੂੰਹ ਦੇ ਵਿੱਚੋਂ ਕੱਢਤਾ। ਪਰ ਸਾਡੀ ਕੋਈ ਵੀ ਪੜਤਾਲ ਕਰਾ ਕੇ ਦੇਖ ਲਓ ਭਾਈ, ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ। ਜੇ ਉਹ ਮਰਨ ਵੇਲੇ ਇਹ ਗੱਲ ਕਹਿ ਗਿਆ ਵੀ ਭਾਈ ਆਹ ਨੰਬਰ ਆ, ਤਾਂ ਮਤਲਬ ਇਹ ਥੋੜੀ ਵੀ ਅਸੀਂ ਪੈਸੇ ਦੇ ਕੇ ਬੇਅਦਬੀਆਂ ਕਰਾਉਂਦੇ ਫਿਰਦੇ ਆ। ਹੁਣ ਇਸ ਮਾਮਲੇ ਦੇ ਉੱਤੇ ਪੁਲਿਸ ਦੇ ਵੱਲੋਂ SIT ਬਣਾਈ ਗਈ, ਸਰਕਾਰ ਦੇ ਵੱਲੋਂ SIT ਬਣਾਈ ਗਈ ਆ, ਪੰਜਾਬ ਸਰਕਾਰ ਦੇ ਵੱਲੋਂ। ਇਹ ਪੜਤਾਲ ਕਰੂਗੀ ਲਖਬੀਰ ਸਿੰਘ ਦੇ ਕਤਲकांड ਦੇ ਬਾਰੇ, ਨਿਹੰਗ ਸਿੰਘ ਦੀ ਭੂਮਿਕਾ ਦੇ ਬਾਰੇ, ਹੋਰ ਕਈ ਗੱਲਾਂ। ਪਰ ਨਿਹੰਗ ਸਿੰਘ ਆ ਜਿਹੜਾ ਅਮਨ ਬਾਬਾ, ਇਹਦੇ ਬਾਰੇ ਤਾਂ ਹੋਰ ਨਵੀਆਂ ਖਬਰਾਂ ਆ ਗਈਆਂ। ਨਸ਼ਾ ਤਸਕਰਾਂ ਦੇ ਨਾਲ ਵੀ ਸੰਬੰਧ ਜੁੜਦਾ ਤੇ ਕਈ ਥਾਣਿਆਂ ਦੇ ਵਿੱਚ ਪਰਚੇ ਵੀ ਦਰਜ ਹੈ। ਤੇ ਹੈਰਾਨੀ ਇਸ ਗੱਲ ਦੀ ਹੈ ਵੀ ਜਿਵੇਂ ਬਾਕੀ ਵੱਖ-ਵੱਖ ਥਾਵਾਂ ਦੇ ਉੱਤੇ ਕਈ ਅਦਾਰਿਆਂ ਦੇ ਵਿੱਚ, ਕਈ ਜਿਹੜੀਆਂ ਜਥੇਬੰਦੀਆਂ ਦੇ ਵਿੱਚ ਗਲਤ ਲੋਕ ਵੀ ਵੜ ਜਾਂਦੇ ਆ, ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਵਿੱਚ ਇਹ ਲੋਕ ਹੋਣੇ ਚਾਹੀਦੇ। ਹੁਣ ਸਵਾਲ ਤਾਂ ਇਹ ਵੀ ਹੈ, ਜਿਹਦੇ ਉੱਤੇ ਪਰਚੇ ਦਰਜ ਹੋਣ ਤੇ ਕੀ ਉਸ ਨੂੰ ਵੀ ਆਪਾਂ ਕਹਿ ਸਕਦੇ ਹਾਂ ਵੀ ਇਹ ਖਾਲਸਾ? ਸੋ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਸਿੰਘੂ ਬਾਰਡਰ ਦੇ ਉੱਤੇ ਦੁਸਹਿਰੇ ਵਾਲੀ ਸਵੇਰ ਦੇ ਵੇਲੇ ਲਖਬੀਰ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਜਿਹੜੇ 4 ਨਿਹੰਗਾਂ ਨੇ ਪੁਲਿਸ ਦੇ ਸਾਹਮਣੇ ਸਰੈਂਡਰ ਕੀਤਾ, ਉਹ ਚਾਰੇ ਬਾਬਾ ਅਮਨ ਸਿੰਘ ਦੇ ਦਲ ਦੇ ਨਾਲ ਸੰਬੰਧ ਰੱਖਦੇ ਨੇ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਫੋਟੋ ਸਾਹਮਣੇ ਆਉਣ ਦੀ ਵਜ੍ਹਾ ਕਰਕੇ ਸੁਰਖੀਆਂ ਦੇ ਵਿੱਚ ਆਏ। ਨਿਹੰਗ ਬਾਬਾ ਅਮਨ ਸਿੰਘ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ। ਬਾਬਾ ਅਮਨ ਸਿੰਘ ਦੇ ਖਿਲਾਫ ਨਸ਼ਾ ਤਸਕਰੀ ਤੇ ਮਾਰ ਕੁੱਟ ਦੇ ਅਪਰਾਧਿਕ ਕੇਸ ਦਰਜ ਨੇ ਤੇ ਇਹਨਾਂ ਦੀ ਸੁਣਵਾਈ ਅਦਾਲਤਾਂ ਦੇ ਵਿੱਚ ਚੱਲ ਰਹੀ ਹੈ। ਬਾਬਾ ਅਮਨ ਸਿੰਘ ਕੁਝ ਸਮੇਂ ਦੇ ਲਈ ਕਪੂਰਥਲੇ ਦੀ ਸੈਂਟਰਲ ਜੇਲ੍ਹ ਦੇ ਵਿੱਚ ਵੀ ਬੰਦ ਰਹੇ ਨੇ। ਇੱਥੇ ਵੀ ਰਸਲਾ ਬਣਦਾ ਹੈ ਕਿ ਹਿੰਦੀ ਅਖਬਾਰ ਦੈਨਿਕ ਭਾਸਕਰ ਦੀ ਪੜਤਾਲ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਮਹਿਲ ਕਲਾਂ ਥਾਣੇ ਦੀ ਪੁਲਿਸ ਨੇ 14 ਜਨਵਰੀ 2018 ਨੂੰ ਚੈਕਿੰਗ ਦੌਰਾਨ ਜਰਨੈਲ ਸਿੰਘ ਵਾਸੀ ਰੰਗੀਆਂ ਕੋਠੇ ਬਰਨਾਲਾ, ਰੇਸ਼ਮ ਸਿੰਘ ਵਾਸੀ ਗਰਚਾ ਰੋਡ ਬਰਨਾਲਾ, ਕੁਲਵਿੰਦਰ ਸਿੰਘ, ਹਰਜੀਤ ਤੇ ਬਲਕਾਰ ਸਿੰਘ ਦੇ ਕੋਲੋਂ 9 ਕੁਇੰਟਲ ਗਾਂਜਾ ਬਰਾਮਦ ਕੀਤਾ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇਹਨਾਂ ਚਾਰਾਂ ਨੂੰ ਇਲਾਕੇ ਦੀ ਇੱਕ ਡਰੇਨ ਦੇ ਕੋਲ ਫੜਿਆ ਤੇ ਗਾਂਜਾ ਮਿਲਿਆ। ਜਾਂਚ ਦੌਰਾਨ ਪੁਲਿਸ ਨੇ ਅਮਨ ਸਿੰਘ ਉਰਫ ਬਾਬਾ ਨਿਵਾਸੀ ਬੱਬਨਪੁਰ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ। ਸੰਗਰੂਰ ਦੀ ਸਪੈਸ਼ਲ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਬਾਬਾ ਅਮਨ ਸਿੰਘ ਦੇ ਖਿਲਾਫ ਜਲੰਧਰ ਦੇ ਰਾਮਾ ਮੰਡੀ ਥਾਣੇ ਦੇ ਵਿੱਚ ਵੀ ਮਾਰ ਕੁੱਟ ਦੇ ਕਈ ਅਪਰਾਧਿਕ ਕੇਸ ਦਰਜ ਨੇ। ਰਾਮਾ ਮੰਡੀ ਥਾਣੇ ਦੇ ਵਿੱਚ ਪਹਿਲਾ ਕੇਸ 30 ਮਈ 2013 ਨੂੰ IPC ਦੀ ਧਾਰਾ 325 ਤੇ 324 ਦੇ ਤਹਿਤ ਦਰਜ ਕੀਤਾ ਗਿਆ। ਰਾਮਾ ਮੰਡੀ ਥਾਣੇ ਦੇ ਵਿੱਚ ਹੀ ਅਮਨ ਸਿੰਘ ਦੇ ਉੱਤੇ ਜੁਲਾਈ 2017 ਤੇ ਅਕਤੂਬਰ 2017 ਦੇ ਵਿੱਚ IPC ਦੀਆਂ ਧਾਰਾਵਾਂ 447/511 ਤੇ 107/151 ਦੇ ਤਹਿਤ ਮਾਮਲੇ ਦਰਜ ਕੀਤੇ ਗਏ। ਇਹਨਾਂ ਦੇ ਵਿੱਚੋਂ ਇੱਕ ਕੇਸ ਦੇ ਵਿੱਚ ਉਹ ਕਪੂਰਥਲਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਵੀ ਬੰਦ ਰਹਿ ਚੁੱਕਿਆ। ਇੱਥੇ ਇਹ ਵੀ ਰਸਲਾ ਬਣਦਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਕਈ ਤਰ੍ਹਾਂ ਦੇ ਨਵੇਂ ਮੋੜ ਸਾਹਮਣੇ ਆ ਰਹੇ ਨੇ। ਹੁਣ ਬਾਕੀ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਅਮਨ ਦੇ ਬਾਬਤ ਕੀ ਸਟੈਂਡ ਲੈਂਦੀਆਂ ਨੇ, ਇਹ ਵਕਤ ਬਿਆਨ ਕਰੇਗਾ। ਪਰ ਲੰਘੇ ਕੱਲ੍ਹ ਇਸ ਮੁੱਦੇ ਦੇ ਉੱਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਜ਼ਰੂਰ ਹੋਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜੋ ਨਵੇਂ ਮੋੜ ਸਾਹਮਣੇ ਆ ਰਹੇ ਆ ਸਿੰਘੂ ਬਾਰਡਰ ਦੇ ਉੱਤੇ ਵਾਪਰੀ ਇਸ ਘਟਨਾ ਦੇ ਬਾਰੇ, ਜਿਹੜੀ ਕਿ ਦੁਸਹਿਰੇ ਵਾਲੇ ਦਿਨ ਵਾਪਰੀ ਹੈ, ਉਹ ਹੈਰਾਨ ਵੀ ਕਰਦੇ ਆ ਤੇ ਪਰੇਸ਼ਾਨ ਵੀ ਕਰਦੇ ਆ। ਪਹਿਲੀ ਗੱਲ ਤਾਂ ਇਹ ਹੈ ਵੀ ਕਿਸਾਨ ਅੰਦੋਲਨ ਮਜ਼ਬੂਤ ਰਹਿਣਾ ਚਾਹੀਦਾ, ਬਾਕੀ ਗੱਲਾਂ ਬਾਅਦ ਦੇ ਵਿੱਚ ਨੇ। ਦੂਜੀ ਗੱਲ ਇਹ ਹੈ ਕਿ ਏਕਤਾ ਦਾ ਪ੍ਰਗਟਾਵਾ ਰੱਖਣਾ ਚਾਹੀਦਾ ਤੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ। ਤੋਮਤਾਂ, ਮਾੜਾ ਚੰਗਾ ਇੱਕ ਦੂਜੇ ਨੂੰ ਕਹਿਣ ਦਾ ਸਿਲਸਿਲਾ ਬੰਦ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਕਿਸਾਨ ਅੰਦੋਲਨ ਦੀ ਕਾਮਯਾਬੀ ਦੇ ਲਈ ਯਤਨ ਕਰਨੇ ਚਾਹੀਦੇ ਆ ਤੇ ਹੋ ਵੀ ਰਹੇ ਆ। ਵਿੱਚ ਵਿਚਾਲੇ ਕੁਝ ਕੁ ਗੱਲਾਂ ਹੁੰਦੀਆਂ, ਚਲੋ ਆਪਾਂ ਇਹ ਗੱਲ ਕਹਿ ਦਈਏ ਵੀ ਸਾਰਾ ਕੁਝ ਹੀ ਮਾੜਾ, ਇਹ ਵੀ ਗਲਤ ਹੈ। ਪਰ ਬਾਬਾ ਅਮਨ ਸਿੰਘ ਦੇ ਬਾਰੇ ਗੱਲ ਜ਼ਰੂਰ ਕਹਿਣੀ ਬਣਦੀ ਹੈ ਵੀ ਜਦੋਂ ਹੁਣ ਤੋਂ ਤੋਮਰ ਦੇ ਨਾਲ ਫੋਟੋਆਂ ਵਾਇਰਲ ਹੋਈਆਂ, ਨਰਿੰਦਰ ਸਿੰਘ ਤੋਮਰ ਦੇ ਨਾਲ, ਤਾਂ ਬਾਬਾ ਅਮਨ ਦਾ ਇਹ ਕਹਿਣਾ ਜੀ ਕਿ ਮੈਂ ਤਾਂ ਗਿਆ ਸੀ ਬੇਅਦਬੀ ਦੇ ਮਾਮਲੇ ਦੇ ਉੱਤੇ ਇਨਸਾਫ ਲੈਣ ਦੇ ਲਈ। 2015 ਤੋਂ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ। ਮੈਂ ਇਸ ਕਰਕੇ ਗਿਆ ਸੀ ਜੀ ਕਿ ਪੰਜਾਬ ਦੇ ਵਿੱਚ ਘਟਨਾਵਾਂ ਕਿਉਂ ਵਾਪਰ ਰਹੀਆਂ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਬਾਰੇ ਕੀ ਸੋਚਦੇ ਆ, ਬੇਅਦਬੀ ਦੀਆਂ ਘਟਨਾਵਾਂ ਕਿਉਂ ਹੁੰਦੀਆਂ। ਪਰ ਜਨਾਬ ਨੂੰ ਇਹ ਪੁੱਛਣ ਵਾਲਾ ਹੋਵੇ ਬਾਬਾ ਜੀ ਨੂੰ ਕਿ ਤੁਸੀਂ ਕੀ ਆਪਣੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਬਾਕੀ ਮੈਂਬਰਾਂ ਦੇ ਨਾਲ ਗੱਲ ਕੀਤੀ ਸੀ ਵੀ ਮੈਂ ਤੋਮਰ ਸਾਹਿਬ ਨੂੰ ਮਿਲਣ ਚੱਲਿਆ, ਜਾਂ ਜਦੋਂ ਉੱਥੋਂ ਵਾਪਸ ਆ ਗਏ ਕੀ ਆ ਕੇ ਦੱਸਿਆ ਵੀ ਭਾਈ ਆਹ ਗੱਲ ਹੋਈ ਆ। ਤੁਸੀਂ ਕਹਿੰਦੇ ਹੋ ਵੀ ਕਿਸਾਨਾਂ ਨੇ ਕਿਹੜਾ ਸਾਡੀ ਕਦੇ ਖੈਰ ਸੁੱਖ ਪੁੱਛੀ ਹੈ, ਅਸੀਂ ਇੱਥੇ ਬੈਠੇ ਹਾਂ, ਉਹਨਾਂ ਨੂੰ ਪਰਵਾਹ ਹੀ ਕੋਈ ਨਹੀਂ, ਉਹ ਸਾਡੇ ਕੋਲੇ ਆਈ ਨਹੀਂ ਕਦੇ। ਪਰ ਨਿਹੰਗ ਸਿੰਘ ਜਥੇਬੰਦੀਆਂ ਤਾਂ ਤੁਹਾਡੇ ਨਾਲ ਹੀ ਖੜੀਆਂ, ਤੁਸੀਂ ਉਹਨਾਂ ਦੇ ਨਾਲ ਕਦੇ ਰਾਏ ਮਸ਼ਵਰਾ ਕੀਤਾ? ਨਾਲੇ ਇੱਕ ਗੱਲ ਹੋਰ ਆ ਬਈ ਇਹ ਕਿਹੜਾ ਤਰੀਕਾ ਹੋਇਆ ਵੀ ਭਾਈ ਭਾਰਤ ਦੇ ਖੇਤੀਬਾੜੀ ਮੰਤਰੀ ਬੇਅਦਬੀ ਦੇ ਮਾਮਲੇ ਦੇ ਵਿੱਚ ਕੀ ਇਨਸਾਫ ਦੇ ਸਕਦੇ ਆ? ਤੁਸੀਂ ਮੁੱਖ ਮੰਤਰੀ ਦੇ ਕੋਲੇ ਜਾਓ, ਸੂਬੇ ਦੇ ਕੋਲੇ, ਤੁਸੀਂ ਗ੍ਰਹਿ ਮੰਤਰੀ ਦੇ ਕੋਲੇ ਜਾਓ, ਇਹ ਤਾਂ ਗੱਲ ਮੰਨੀ। ਪਰ ਜੇਕਰ ਆਪਾਂ ਬੇਅਦਬੀ ਦੇ ਮਾਮਲੇ ਤੇ ਇਨਸਾਫ ਲੈਣ ਦੇ ਲਈ ਗਏ ਆ, ਉਹਨਾਂ ਨੂੰ ਕਹਿਣ ਗਏ ਆ ਜੀ ਕਿ ਬਹੁਤ ਮਾੜਾ ਕੀਤਾ ਜਾ ਰਿਹਾ, ਤੇ ਫਿਰ ਆਪਾਂ ਸਰੋਪਾ ਪਾ ਕੇ ਫਿਰ ਆਪਾਂ ਉੱਥੇ ਬੈਠ ਕੇ ਲੰਚ ਕਰਕੇ
ਫਿਰ ਆਪਾਂ ਉੱਥੇ ਮਗਰਲੇ ਦਰਵਾਜ਼ੇ ਥਾਣੀ ਨਿਕਲ ਕੇ ਇੱਦਾਂ ਦੀਆਂ ਗੱਲਾਂ ਕਿਹੜੀ ਗੱਲੋਂ ਕਰਦੇ ਆ, ਕਿਉਂਕਿ ਇਹ ਗੱਲਾਂ ਨੇ ਬਹੁਤ ਵੱਡੇ ਸ਼ੱਕ ਖੜੇ ਕਰ ਦਿੱਤੇ ਆ। ਬਾਬਾ ਅਮਨ ਸਿੰਘ ਇਹ ਗੱਲ ਕਹਿੰਦੇ ਆ ਕਿ ਹੁਣ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਿਸਾਨ ਸੰਘਰਸ਼ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ। ਕੋਈ ਸਾਜ਼ਿਸ਼ ਨਾ ਹੋਵੇ, ਸਾਰੇ ਤੰਦਰੁਸਤ ਰਹਿਣ, ਗੁਰੂ ਦੀ ਲਾਡਲੀ ਫੌਜ ਵੀ ਚੜ੍ਹਦੀ ਕਲਾ ਦੇ ਵਿੱਚ ਰਵੇ, ਏਕਾ ਬਰਕਰਾਰ ਰਵੇ, ਇਹਦੀ ਕਾਮਨਾ ਕਰਦੇ ਅਸੀਂ। ਪਰ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਹੋਣ, ਭਾਵੇਂ ਉਹ ਕਿਸਾਨ ਆਗੂ ਦੇ ਉੱਤੇ ਨਸ਼ੇ ਦਾ ਪਰਚਾ ਦਰਜ ਹੋਵੇ ਤੇ ਭਾਵੇਂ ਕਿਸੇ ਨਿਹੰਗ ਸਿੰਘ ਦੇ ਉੱਤੇ ਆ, ਮਾੜੀ ਗੱਲ ਆ। ਇੱਥੇ ਕਿਰਦਾਰ ਦੇ ਉੱਤੇ ਤਾਂ ਸਵਾਲ ਖੜੇ ਹੁੰਦੇ ਆ। ਸੋ ਸੋਚਣਾ ਵਿਚਾਰਨਾ ਬਣਦਾ ਹੈ ਕਿ ਵੱਖ-ਵੱਖ ਨਿਹੰਗ ਸਿੰਘ ਦਲਾਂ ਦੇ ਵਿੱਚ ਜੇਕਰ ਇਹੋ ਜਿਹੇ ਬੰਦੇ ਆਉਣਗੇ ਤਾਂ ਫਿਰ ਉਹਦਾ ਕੀ ਅਕਸਰ ਰਹੂਗਾ। ਸੋ ਇਹਦੇ ਬਾਬਤ ਆਉਂਦੇ ਸਮੇਂ ਦੇ ਵਿੱਚ ਕੀ ਨਵੀਆਂ ਖਬਰਾਂ ਆਉਂਦੀਆਂ ਕੁਝ ਕਹਿ ਨਹੀਂ ਸਕਦੇਗੇ। ਪਰ ਜਿਸ ਤਰੀਕੇ ਦੇ ਨਾਲ ਇਹ ਖਬਰਾਂ ਆਈਆਂ ਵੀ ਭਾਈ ਹੁਣ FIR ਦੀਆਂ ਕਾਪੀਆਂ ਵੀ ਸਾਹਮਣੇ ਆ ਗਈਆਂ, ਉਹ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕਰਨ ਵਾਲੀ ਗੱਲ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਸ ਪਾਰਟੀ ਨਵੀਂ ਬਣਾਈ ਕਿ ਬਣਾਈ। ਉਹਨਾਂ ਨੇ ਇਹ ਗੱਲ ਕਹੀ ਆ ਲੰਘੇ ਕੱਲ੍ਹ ਵੀ, ਕਹਿੰਦੇ ਵੀ ਪੰਜਾਬ ਦੇ ਵਡੇਰੇ ਹਿੱਤਾਂ ਖਾਤਰ ਪਾਰਟੀ ਵੀ ਬਣਾਵਾਂਗੇ, ਕਿਸਾਨੀ ਮਸਲਾ ਹੱਲ ਹੋ ਜੇ ਫਿਰ BJP ਦੇ ਨਾਲ ਗੱਠਜੋੜ ਕਰਨ ਤੇ ਵੀ ਕੋਈ ਇਤਰਾਜ਼ ਨਹੀਂ। ਤੇ ਉਹਨਾਂ ਨੇ ਕਈ ਗੱਲਾਂ ਹੋਰ ਵੀ ਕਹੀਆਂ ਜਿਨ੍ਹਾਂ ਦੇ ਉੱਤੇ ਥੋੜ੍ਹਾ ਜਿਹਾ ਹਾਸਾ ਵੀ ਆਉਂਦਾ ਤੇ ਥੋੜ੍ਹਾ ਜਿਹਾ ਦੁੱਖ ਵੀ ਹੁੰਦਾ। ਦੁੱਖ ਇਸ ਕਰਕੇ ਹੁੰਦਾ ਵੀ ਕੈਪਟਨ ਸਾਹਿਬ ਕਿਹੜਾ 20 ਸਾਲ ਪੁਰਾਣੇ ਆ ਪੰਜਾਬ ਦੇ ਮੁੱਖ ਮੰਤਰੀ, ਉਹ ਹੁਣ 1.5 ਮਹੀਨਾ ਪਹਿਲਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਸੀਗੇ। ਲੋਕਾਂ ਨੂੰ ਕੱਲੀ ਕੱਲੀ ਗੱਲ ਚੇਤੇ ਆ ਤੇ ਉਹ ਕਹਿੰਦੇ ਜੀ ਕਿ ਮੈਂ ਘਰ ਨਹੀਂ ਬੈਠ ਸਕਦਾ, ਇਹ ਮੇਰੀ ਮਜਬੂਰੀ ਆ, ਮੈਂ ਪੰਜਾਬ ਦੇ ਲਈ ਬਹੁਤ ਕੁਝ ਸੋਚਣਾ ਤੇ ਸੋਚਿਆ। ਉਹਨਾਂ ਨੂੰ ਇਹ ਸਵਾਲ ਕਰਨਾ ਬਣਦਾ ਜੀ ਕਿ 4.5 ਸਾਲ ਤਾਂ ਆਪਾਂ ਘਰ ਦੇ ਵਿੱਚ ਬੈਠ ਕੇ ਫਾਰਮ ਹਾਊਸ ਤੋਂ ਸਰਕਾਰ ਚਲਾਈ ਆ ਤੇ ਹੁਣ ਆਪਾਂ ਘਰ ਦੇ ਵਿੱਚ ਨਹੀਂ ਬੈਠ ਸਕਦੇ ਕਿ ਲੋਕਾਂ ਦੇ ਸਵਾਲ ਆ। ਉਹ ਇਹ ਗੱਲ ਕਹਿੰਦੇ ਜੀ ਕਿ ਮੈਂ ਪੰਜਾਬ ਦੇ ਲਈ ਬਹੁਤ ਕੁਝ ਕਰ ਸਕਦਾ, ਤੇ ਫਿਰ ਕੀਤਾ ਕਿਉਂ ਨਹੀਂ, ਸਵਾਲ ਇਹ ਵੀ ਹੈ। ਸੋ ਉਦੋਂ ਕਰਨਾ ਜ਼ਰੂਰ ਚਾਹੀਦਾ ਸੀ ਜਦੋਂ ਮੌਕਾ ਮਿਲਿਆ ਸੀ। ਪਰ ਜਿਸ ਤਰੀਕੇ ਦੇ ਨਾਲ ਹੁਣ ਸਰਗਰਮ ਹੋਏ, ਜੇਕਰ ਉਦੋਂ ਸਰਗਰਮ ਹੋਏ ਹੁੰਦੇ ਤਾਂ ਹਾਲਾਤ ਅੱਜ ਵਾਲੇ ਬਿਲਕੁਲ ਨਹੀਂ ਸੀ ਬਣਨੇ ਪੰਜਾਬ ਦੇ ਵੀ ਤੇ ਆਪ ਜੀ ਦੇ ਵੀ। ਸੋ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਗੱਠਜੋੜ ਕੀਤਾ ਜਾਊਗਾ ਕੁਝ ਹੋਰ ਧਿਰਾਂ ਦੇ ਨਾਲ ਵੀ। ਪਰ ਲੰਘੇ ਕੱਲ੍ਹ ਇਹ ਗੱਲ ਕਹੀ ਆ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਜਿੰਨੀ ਦੇਰ ਤੱਕ ਕਾਂਗਰਸ ਦੇ ਨਾਲ ਜੁੜੇ ਹੋਏ ਆ, ਉਨੀ ਦੇਰ ਤੱਕ ਬਾਕੀ ਗੱਲਾਂ ਤਾਂ ਦੂਰ ਦੀ ਕੌਡੀ ਆ। ਮੰਨਿਆ ਜਾ ਰਿਹਾ ਜੀ ਕਿ ਉਹ ਬਹੁਤ ਜਲਦ ਕਾਂਗਰਸ ਨੂੰ ਅਲਵਿਦਾ ਕਹਿ ਦੇਣਗੇ। ਕਿਆ ਹੀ ਹੋਇਆ ਜਦੋਂ ਬੰਦੇ ਨੇ ਮਨ ਹੀ ਬਣਾ ਲਿਆ, ਸੋਚ ਹੀ ਲਿਆ ਅੰਦਰ, ਤੇ ਫਿਰ ਅਲਵਿਦਾ ਹੋ ਹੀ ਗਈ ਆ। ਪਰ ਕੈਪਟਨ ਅਮਰਿੰਦਰ ਸਿੰਘ ਦੇ ਬਾਬਤ ਮੈਂ ਥੋੜ੍ਹੀ ਜਿਹੀ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਿੰਦਾ। ਕਿਸੇ ਵੇਲੇ ਇਹਨਾਂ ਨੇ ਕਾਂਗਰਸ ਦੇ ਵਿੱਚੋਂ ਚੋਣ ਲੜੀ, ਫਿਰ ਉਸ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਦੇ ਮੌਕੇ ਅਸਤੀਫਾ ਦੇ ਕੇ ਤੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ। ਫਿਰ ਅਕਾਲੀ ਦਲ ਦੇ ਵਿੱਚੋਂ ਬਾਹਰ ਆ ਕੇ ਤੇ ਇਹਨਾਂ ਨੇ ਅਕਾਲੀ ਦਲ ਪੰਥਕ ਖੜਾ ਕੀਤਾ। ਅਕਾਲੀ ਦਲ ਪੰਥਕ ਆ ਜਿਹੜਾ, ਉਹਦਾ ਬਾਅਦ ਦੇ ਵਿੱਚ ਕਾਂਗਰਸ ਦੇ ਨਾਲ ਰਲੇਵਾਂ ਕਰਾਇਆ। ਫਿਰ ਇਹ ਕਾਂਗਰਸ ਦੇ ਵੱਲੋਂ ਚੋਣਾਂ ਲੜਦੇ ਰਹੇ, ਫਿਰ ਇਹ ਕਾਂਗਰਸ ਦੇ ਪ੍ਰਧਾਨ ਵੀ ਰਹੇ, ਕਾਂਗਰਸ ਦੇ ਮੁੱਖ ਮੰਤਰੀ ਵੀ ਰਹੇ। ਫਿਰ ਇਹਨਾਂ ਨੇ ਅਰੁਣ ਜੇਟਲੀ ਹੋਰਾਂ ਨੂੰ ਹਰਾਇਆ ਅੰਮ੍ਰਿਤਸਰ ਤੋਂ ਜਾ ਕੇ ਲੋਕ ਸਭਾ ਦੀ ਚੋਣ 'ਚ। ਫਿਰ ਪੰਜਾਬ ਦੇ ਮੁੱਖ ਮੰਤਰੀ ਬਣੇ, ਪੰਜਾਬ ਦੇ ਮੁੱਖ ਮੰਤਰੀ ਉਹਦੇ ਤੋਂ ਅਸਤੀਫਾ ਦਿੱਤਾ ਤੇ ਹੁਣ ਇਹ ਇੱਕ ਨਵੀਂ ਪਾਰਟੀ ਬਣਾਉਣ ਜਾ ਰਹੇ ਆ ਜਿਹਦਾ ਗੱਠਜੋੜ ਹੋਊਗਾ BJP ਦੇ ਨਾਲ। ਇਹ ਗੱਲ ਪੱਕੀ ਆ। ਹੁਣ ਇੱਕ BJP ਦੇ ਨੇਤਾ ਦੇ ਵੱਲੋਂ ਬਿਆਨ ਦਿੱਤਾ ਗਿਆ, ਪੰਜਾਬ ਦੇ ਨੇਤਾ, ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਵਰਗਾ ਦੇਸ਼ ਭਗਤ ਕੋਈ ਨਹੀਂ ਤੇ BJP ਦੇਸ਼ ਭਗਤਾਂ ਦੀ ਸੋਚ ਨੂੰ ਸਲਾਮ ਕਰਦੀ ਹੈ ਤੇ BJP ਪੰਜਾਬ ਦੇ ਵਡੇਰੇ ਹਿੱਤਾਂ ਦੀ ਖਾਤਰ ਦੇਸ਼ ਭਗਤੀ ਦੀ ਭਾਵਨਾ ਰੱਖਣ ਵਾਲੇ ਕਿਸੇ ਵੀ ਬੰਦੇ ਨਾਲ ਗੱਠਜੋੜ ਕਰਨ ਨੂੰ ਤਿਆਰ ਆ। ਮਤਲਬ ਇਹ ਹੈ ਜੀ ਕਿ ਰਾਹ ਬਿਲਕੁਲ ਪੱਧਰਾ, ਸਕ੍ਰਿਪਟ ਪੂਰੀ ਦੀ ਪੂਰੀ ਲਿਖੀ ਜਾ ਚੁੱਕੀ ਹੈ ਤੇ ਬਸ ਬਹੁਤ ਜਲਦ ਇਹ ਸਾਰਾ ਕੁਝ ਹੋ ਜਾਣਾ ਜਿਹੜਾ ਕਿ ਹਾਲ ਦੀ ਘੜੀ ਖਬਰਾਂ ਦੇ ਵਿੱਚ ਆ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਛੱਡਣ ਤੋਂ ਬਾਅਦ ਜਾਂ ਤਾਂ ਪਾਰਟੀ ਬਣਾ ਸਕਦੇ ਨੇ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਸਕਦੇ ਨੇ। ਉਹਨਾਂ ਕਿਹਾ ਕਿ ਉਹ ਹੱਥ ਦੇ ਉੱਤੇ ਹੱਥ ਧਰ ਕੇ ਘਰ ਨਹੀਂ ਬੈਠ ਸਕਦੇ, ਉਹ ਪੰਜਾਬ ਲਈ ਬਹੁਤ ਕੁਝ ਕਰ ਸਕਦੇ ਨੇ। ਛੇਤੀ ਹੀ ਆਪਣੀ ਰਾਜਨੀਤਿਕ ਪਾਰਟੀ ਸ਼ੁਰੂ ਕਰਨ ਦੇ ਐਲਾਨ ਤੋਂ ਇੱਕ ਦਿਨ ਬਾਅਦ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਫੈਸਲਾ ਕੀਤਾ ਕਿ ਮੈਨੂੰ ਜਾਣਾ ਚਾਹੀਦਾ ਤੇ ਮੈਂ ਪਾਰਟੀ ਛੱਡ ਦਿੱਤੀ, ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਘਰ ਬੈਠਾਂਗਾ, ਪੰਜਾਬ ਲਈ ਬਹੁਤ ਕੁਝ ਕਰ ਸਕਦਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਮੁਰਾਰਜੀ ਦੇਸਾਈ 92 ਸਾਲ ਦੇ ਪ੍ਰਧਾਨ ਮੰਤਰੀ ਸਨ ਤੇ ਪ੍ਰਕਾਸ਼ ਸਿੰਘ ਬਾਦਲ ਮੇਰੇ ਤੋਂ 15 ਸਾਲ ਵੱਡੇ ਨੇ, ਤਾਂ ਫਿਰ ਮੈਂ ਪੰਜਾਬ ਦੇ ਲਈ ਕੁਝ ਕਿਉਂ ਨਹੀਂ ਕਰ ਸਕਦਾ। ਪਿਛਲੇ ਮਹੀਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਤਿੱਖੀ ਤਲਖੀ ਤੇ ਰਾਜ ਇਕਾਈ ਦੇ ਵਿੱਚ ਅੰਦਰੂਨੀ ਕਲੇਸ਼ ਤੋਂ ਬਾਅਦ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਦੇ ਉੱਤੇ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਕਾਂਗਰਸ ਦੀ ਸਥਿਤੀ ਦੇ ਉੱਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਬਹੁਤ ਤੇਜ਼ੀ ਨਾਲ ਆਪਣੀ ਗਰਾਊਂਡ ਗਵਾ ਰਹੀ ਹੈ। ਲਗਭਗ 6 ਮਹੀਨੇ ਪਹਿਲਾਂ ਵਧੀਆ ਪ੍ਰਦਰਸ਼ਨ ਕਰ ਰਹੇ ਸਨ। ਗਿਰਾਵਟ ਦਾ ਇੱਕ ਮੁੱਖ ਕਾਰਨ ਸਿੱਧੂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਉਣਾ ਹੈ। ਸਿੱਧੂ ਨਾਲ ਤਲਖੀ ਉੱਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਮੈਂ ਕਦੇ ਵੀ ਇਸ ਤਰ੍ਹਾਂ ਦੀ ਦਖਲ ਅੰਦਾਜ਼ੀ ਦਾ ਅਨੁਭਵ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਗਾਂਧੀ ਪਰਿਵਾਰ ਇਸ ਫੈਸਲੇ ਤੇ ਕਿਉਂ ਆਇਆ। ਮੇਰਾ ਰਾਜੀਵ ਗਾਂਧੀ ਨਾਲ ਬਹੁਤ ਗੂੜਾ ਰਿਸ਼ਤਾ ਸੀ, ਮੈਨੂੰ ਨਹੀਂ ਪਤਾ ਕਿ ਪਰਿਵਾਰ ਨੇ ਮੇਰੇ ਨਾਲ ਇਹੋ ਜਿਹਾ ਕਿਉਂ ਕੀਤਾ। ਕੈਪਟਨ ਨੇ ਕਿਹਾ ਕਿ ਸਭ ਕੁਝ ਹੋ ਸਕਦਾ, ਦਿੱਲੀ ਦੇ ਵਿੱਚ ਇਸ ਬਾਰੇ ਫੈਸਲਾ ਨਹੀਂ ਕੀਤਾ ਜਾ ਸਕਦਾ। ਮੈਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੋਂ ਅਸਤੀਫੇ ਦਾ ਫੋਨ ਆਇਆ, ਉਹਨਾਂ ਸਿਰਫ ਇੰਨਾ ਹੀ ਕਿਹਾ ਕਿ ਅਮਰਿੰਦਰ ਤੈਨੂੰ ਅਸਤੀਫਾ ਦੇ ਦੇਣਾ ਚਾਹੀਦਾ।
ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੈਂ ਪੰਜਾਬ ਦੇ ਲਈ ਬਹੁਤ ਕੁਝ ਕਰਨਾ, ਪਰ ਉਹ ਸਿਸਵਾ ਫਾਰਮ ਹਾਊਸ ਦੇ ਵਿੱਚੋਂ ਬਹੁਤ ਲੰਮਾ ਸਮਾਂ ਸਰਕਾਰ ਚਲਾਉਂਦੇ ਰਹੇ ਆ ਤੇ ਲੋਕ ਇਹ ਸਵਾਲ ਕਰਦੇ ਕਿ ਆਪ ਜੀ ਉਦੋਂ ਘਰਾਂ ਦੇ ਵਿੱਚੋਂ ਬਾਹਰ ਕਿਉਂ ਨਹੀਂ ਨਿਕਲੇ, ਕਿਉਂ ਨਹੀਂ ਫਾਰਮ ਹਾਊਸ ਚੋਂ ਬਾਹਰ ਨਿਕਲੇ। ਉਹਨਾਂ ਦੇ ਵੱਲੋਂ ਇਸ ਸਵਾਲ ਦਾ ਉੱਤਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਪਿੰਡ ਆ, ਕੱਲੇ ਪਿੰਡ ਦੇ ਵਿੱਚ ਖੁਦ ਨਹੀਂ ਜਾਇਆ ਜਾ ਸਕਦਾ। ਮੁੱਖ ਮੰਤਰੀ ਦਾ ਕੰਮ ਕੰਟਰੋਲ ਕਰਨਾ ਹੁੰਦਾ ਸਾਰੇ ਹਾਲਾਤ ਨੂੰ, ਤੇ ਮੰਤਰੀਆਂ ਨੇ ਵਿਧਾਇਕਾਂ ਨੇ ਪਿੰਡ ਦੇ ਵਿੱਚ ਕਸਬੇ ਦੇ ਵਿੱਚ ਹਰ ਹਲਕੇ ਦੇ ਵਿੱਚ ਜਾ ਕੇ ਪਾਰਟੀ ਦਾ ਕੰਮ ਕਰਨਾ ਹੁੰਦਾ ਤੇ ਹਲਕੇ ਦੇ ਲੋਕਾਂ ਦੇ ਕੰਮ ਕਰਨੇ ਹੁੰਦੇ ਆ। ਉਹਨਾਂ ਨੇ ਤਰਕ ਦਿੱਤਾ ਇਸ ਮਾਮਲੇ ਦੇ ਉੱਤੇ। ਪਰ ਹੁਣ ਸਵਾਲ ਪੈਦਾ ਹੁੰਦਾ ਕਿ ਉਮਰ ਦੇ ਇਸ ਪੜਾਅ ਦੇ ਉੱਤੇ ਕੀ ਕੈਪਟਨ ਅਮਰਿੰਦਰ ਸਿੰਘ ਜਿੱਤ ਸਕਦੇ ਆ? ਕੀ ਉਹ ਆਪਣਾ ਤੇ ਬੀਜੇਪੀ ਦਾ ਬੇੜਾ ਬੰਨੇ ਪੰਜਾਬ ਦੇ ਵਿੱਚ ਲਾਉਣਗੇ? ਕਿਉਂਕਿ ਬੀਜੇਪੀ ਨੂੰ ਸਿੱਖ ਚਿਹਰੇ ਦੀ ਲੋੜ ਆ, ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪਾਰਟੀ ਦੀ ਲੋੜ ਆ ਤੇ ਕਿਸਾਨਾਂ ਨੂੰ ਇਸ ਵੇਲੇ ਮਸਲੇ ਦੇ ਹੱਲ ਦੀ ਲੋੜ ਆ। ਕੀ ਕੈਪਟਨ ਅਮਰਿੰਦਰ ਸਿੰਘ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਲਿਖਤੀ ਤੌਰ ਤੇ MSP ਦੀ ਗਰੰਟੀ ਦਵਾ ਕੇ ਕਿਸਾਨ ਅੰਦੋਲਨ ਸਮਾਪਤ ਕਰਵਾ ਸਕਣਗੇ? ਤੇ ਜੇਕਰ ਇਹ ਸਮਾਪਤ ਨਹੀਂ ਹੁੰਦਾ ਤਾਂ ਮਸਲਾ ਹੱਲ ਨਹੀਂ ਹੁੰਦਾ ਜੇਕਰ, ਤਾਂ ਕੈਪਟਨ ਸਾਹਿਬ ਦੀ ਵੀ ਕੋਈ ਵੁਕਤ ਨਹੀਂ ਤੇ ਬੀਜੇਪੀ ਦੀ ਪੰਜਾਬ ਦੇ ਵਿੱਚ ਕੋਈ ਵੁਕਤ ਨਹੀਂ। ਸੋ ਇਸ ਕਰਕੇ ਸਵਾਲ ਬਹੁਤ ਵੱਡੇ ਆ, ਉੱਤਰ ਦੇਣੇ ਚਾਹੀਦੇ ਆ, ਪਰ ਉੱਤਰ ਢੁਕਵੇਂ ਨਹੀਂ ਮਿਲ ਰਹੇ ਕਿਉਂਕਿ ਕੈਪਟਨ ਸਾਹਿਬ ਤਾਂ ਕਹਿੰਦੇ ਸੀ ਕਿ ਮੈਂ 85% ਤੋਂ ਵੱਧ ਵਾਅਦੇ ਪੂਰੇ ਵੀ ਕਰਤੇ ਆ। ਮਤਲਬ ਇਹ ਆ ਵੀ 15% ਵਾਅਦੇ ਪੂਰੇ ਕਰਨ ਦੇ ਲਈ ਉਹ ਨਵੀਂ ਪਾਰਟੀ ਬਣਾ ਰਹੇ ਆ। ਸੋ ਉਹਨਾਂ ਨੇ ਆਉਂਦੇ ਕੁਝ ਦਿਨਾਂ ਦੇ ਵਿੱਚ ਹੀ ਵੱਡੇ ਫੈਸਲੇ ਲੈਣੇ ਆ। ਪਰ ਪੰਜਾਬ ਦੀ ਕਾਂਗਰਸ ਦੇ ਵਿੱਚ ਸਾਰਾ ਕੁਝ ਠੀਕ ਨਹੀਂ। ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦਾ ਰੇੜਕਾ ਸਾਹਮਣੇ ਆ ਗਿਆ ਖਬਰਾਂ ਦੇ ਵਿੱਚ। ਕਹਿੰਦੇ ਵੀ ਚੰਨੀ ਸਾਹਿਬ ਨੇ 2 ਟੁੱਕੇ ਗੱਲ ਕਹੀ ਹੈ ਨਵਜੋਤ ਸਿੰਘ ਸਿੱਧੂ ਨੂੰ ਮੀਟਿੰਗ ਦੇ ਵਿੱਚ, ਰਾਤ ਦੇ ਵੇਲੇ ਹੋਈ ਹੈ, ਤਲਕ ਕਲਾਮੀ ਵੀ ਹੋਈ ਹੈ। ਉਹ ਗੱਲ ਕਹੀ ਹੈ ਜੀ ਕਿ ਜੇਕਰ ਮੇਰੇ ਤੋਂ ਨਹੀਂ ਕੰਮ ਹੁੰਦਾ ਤਾਂ ਜਾਂ ਫਿਰ ਤੁਸੀਂ ਮੁੱਖ ਮੰਤਰੀ ਬਣ ਜਾਓ ਤੇ ਦੇਖ ਲੈਂਦੇ ਆ ਵੀ 2 ਮਹੀਨਿਆਂ ਦੇ ਵਿੱਚ ਕਿਹੜਾ ਕੱਦੂ 'ਚ ਤੀਰ ਮਾਰਦੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੋ ਕੁਝ ਪਹਿਲੇ ਸਮੇਂ 'ਚ ਨਹੀਂ ਹੋਇਆ 4.5 ਸਾਲ ਦੇ ਵਿੱਚ ਉਹ ਹੁਣ 1 ਮਿੰਟ ਦੇ ਵਿੱਚ ਥੋੜ੍ਹੀ ਹੋ ਜੂ। ਇਹ ਕਿਹੜਾ ਕੋਈ ਰਿਮੋਟ ਆ ਵੀ ਭਾਈ ਆਪਾਂ ਔਨ ਕੀਤਾ ਤੇ ਕੰਮ ਸ਼ੁਰੂ ਹੋ ਗਏ, ਹੌਲੀ ਸਾਰੇ ਕੰਮ ਹੋਣਗੇ। ਕਹਿਣ ਦਾ ਭਾਵ ਹੈ ਜੀ ਕਿ ਕਾਂਗਰਸ ਦੇ ਵਿੱਚ ਸਾਰਾ ਕੁਝ ਚੰਗਾ ਨਹੀਂ। ਤੇ ਅਗਲੀ ਮਹੱਤਵਪੂਰਨ ਗੱਲ ਇਹ ਆ ਕਿ ਹਰੀਸ਼ ਰਾਵਤ ਪੰਜਾਬ ਕਾਂਗਰਸ ਦੀ ਇੰਚਾਰਜ ਹੀ ਛੱਡਣਾ ਚਾਹੁੰਦੇ ਆ। ਕਲੇਸ਼ ਤੋਂ ਵੀ ਅੱਕੇ ਹੋਏ ਆ ਤੇ ਉਹਨਾਂ ਨੇ ਉੱਤਰਾਖੰਡ ਦੇ ਵੱਲ ਵੀ ਖਿਆਲ ਕਰਨਾ। ਲੰਘੇ ਕੱਲ੍ਹ ਬੀਬੀ ਜਗੀਰ ਕੌਰ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ, ਉਹਨਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਤਾੜਨਾ ਕੀਤੀ ਸੀ ਕਿ ਭਾਈ ਇੱਦਾਂ ਨਹੀਂ ਕਰਨਾ ਚਾਹੀਦਾ। ਕੋਈ ਵੀ ਸਿੱਖ ਪ੍ਰਚਾਰਕ ਹੋਵੇ ਉਹ ਦਰਬਾਰ ਸਾਹਿਬ ਦੇ ਬਾਬਤ ਗਲਤ ਨਹੀਂ ਬੋਲ ਸਕਦਾ, ਟਿੱਪਣੀ ਗਲਤ ਨਹੀਂ ਕਰ ਸਕਦਾ। ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਲੰਮੇ ਹੱਥੀਂ ਲਿਆ ਇਸ ਗੱਲ ਦੇ ਉੱਤੇ। ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਇਹ ਗੱਲ ਕਹੀ ਹੈ ਕਿ ਹਮੇਸ਼ਾ ਹੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਕਿ ਦਰਬਾਰ ਸਾਹਿਬ ਸਿਰਫ ਅੰਮ੍ਰਿਤਸਰ ਦੇ ਵਿੱਚ ਹੈ ਜੋ ਉਹਦੀ ਗੱਲ ਕੀਤੀ ਜਾਂਦੀ ਹੈ, ਜਾਂ ਫਿਰ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਬਣੇ ਆ ਉੱਥੇ ਲੰਗਰ ਹਾਲ ਵੀ ਹੁੰਦਾ। ਅਸੀਂ ਇਹ ਵੀ ਗੱਲ ਕਹਿੰਦੇ ਵੀ ਜਾ ਅੰਦਰ ਜਾ ਕੇ ਪਹਿਲਾਂ ਦਰਬਾਰ ਸਾਹਿਬ 'ਚ ਮੱਥਾ ਟੇਕਿਆ। ਮੈਂ ਉਸ ਦਰਬਾਰ ਸਾਹਿਬ ਦੇ ਬਾਰੇ ਗੱਲ ਕੀਤੀ ਸੀ, ਨਾ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਜੋ ਮੌਜੂਦ ਆ ਉਹਦੀ ਗੱਲ ਕੀਤੀ ਹੈ। ਉਹਨਾਂ ਨੇ ਗੱਲ ਕਹੀ ਹੈ ਕਿ ਮੇਰੀ ਗੱਲ ਨੂੰ ਪਹਿਲਾਂ ਵੀ ਤੋੜਿਆ ਮਰੋੜਿਆ ਜਾਂਦਾ ਰਿਹਾ ਤੇ ਹੁਣ ਫਿਰ ਉਹ ਕੁਝ ਕਰ ਦਿੱਤਾ ਗਿਆ ਤੇ ਇੱਕ ਪਾਸੜ ਗੱਲ ਕਰਕੇ ਤੇ ਮੇਰੇ ਖਿਲਾਫ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਦੇ ਕਹਿਣ ਮੁਤਾਬਕ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਰੇ ਕੀਤੀ ਗਈ ਬੇਤੁਕੀ ਟਿੱਪਣੀ ਦੀ ਨਿੰਦਿਆ ਕਰਦਿਆਂ ਇਸ ਸੰਬੰਧੀ ਨਿੰਦਾ ਮਤਾ ਪਾਸ ਕੀਤਾ, ਜਿਸ ਦੇ ਉੱਤੇ ਢੱਡਰੀਆਂ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਤਿੱਖੇ ਤੇਵਰ ਦਿਖਾਉਂਦਿਆਂ ਬਿਆਨ ਸਪਸ਼ਟ ਕੀਤਾ। ਢੱਡਰੀਆਂ ਵਾਲਿਆਂ ਨੇ ਵੀਡੀਓ ਜਾਰੀ ਕਰਦਿਆਂ ਸਿੰਘੂ ਬਾਰਡਰ ਦੇ ਉੱਤੇ ਲਖਵੀਰ ਸਿੰਘ ਦੇ ਕਤਲ ਤੋਂ ਬਾਅਦ ਜੋ ਬਿਆਨ ਜਾਰੀ ਕੀਤਾ ਸੀ ਕਿ ਸਿਰ ਤੋਂ ਮੋਨੇ ਸ਼ਰਧਾਲੂ ਗੁਰੂ ਘਰਾਂ ਦੇ ਵਿੱਚ ਬਣੇ ਦਰਬਾਰ ਸਾਹਿਬ ਦੇ ਵਿੱਚ ਤਾਂ ਹੀ ਜਾਣ ਜੇਕਰ ਉੱਥੇ ਵਿਅਕਤੀ ਹੋਣ ਜਾਂ CCTV ਕੈਮਰੇ ਲੱਗੇ ਹੋਣ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੇਵਲ ਢੱਡਰੀਆਂ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਬੀਬੀ ਜਗੀਰ ਕੌਰ ਨੇ ਇਸ ਗੱਲ ਨੂੰ ਹਰਿਮੰਦਰ ਸਾਹਿਬ ਦੇ ਨਾਲ ਜੋੜ ਦਿੱਤਾ, ਜੋ ਕਿ ਬਿਲਕੁਲ ਨਿਰਆਧਾਰ ਹੈ। ਉਹਨਾਂ ਨੇ ਕਿਹਾ ਕਿ ਹਰਿਮੰਦਰ ਸਾਹਿਬ ਦੇ ਵਿੱਚ ਤਾਂ ਹਮੇਸ਼ਾ ਵੱਡੀ ਗਿਣਤੀ ਵਿੱਚ ਸੰਗਤ ਰਹਿੰਦੀ ਹੈ, CCTV ਕੈਮਰੇ ਲੱਗੇ ਹੋਏ ਨੇ। ਮੇਰੇ ਵੱਲੋਂ ਦਿੱਤੇ ਬਿਆਨ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਜੋੜਨਾ ਬਿਲਕੁਲ ਨਿਰਆਧਾਰ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਤੇ ਸਰੋਵਰ ਵੀ ਹੁੰਦਾ ਹੈ, ਪਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੁੰਦੇ ਨੇ ਉਹਨੂੰ ਦਰਬਾਰ ਸਾਹਿਬ ਹੀ ਕਿਹਾ ਜਾਂਦਾ ਹੈ। ਇਸ ਲਈ ਉਹਨਾਂ ਨੇ ਹਰਿਮੰਦਰ ਸਾਹਿਬ ਬਾਰੇ ਨਹੀਂ ਬਲਕਿ ਹੋਰਨਾਂ ਗੁਰੂ ਘਰਾਂ ਦੇ ਵਿੱਚ ਦਰਬਾਰ ਸਾਹਿਬ ਦੀ ਗੱਲ ਕੀਤੀ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲੋਕਾਂ ਦੇ ਸਭਨਾਂ ਮਾਮਲਿਆਂ ਦੇ ਉੱਤੇ ਵੱਖੋ ਵੱਖਰੇ ਵਿਚਾਰ ਹੈ। ਕਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਬਿਲਕੁਲ ਤਰਕ ਦੇ ਆਧਾਰ ਤੇ ਗੱਲ ਕਰਨ ਵਾਲੇ ਕਹਿੰਦੇ ਆ, ਕਈ ਸ਼੍ਰੋਮਣੀ ਕਮੇਟੀ ਨੂੰ ਕੁਝ ਕਹਿੰਦੇ ਆ ਵੀ ਭਾਈ ਇਹ ਸਹੀ ਕੰਮ ਕਰਦੀ ਹੈ, ਕਈ ਢੱਡਰੀਆਂ ਵਾਲਿਆਂ ਨੂੰ ਗਲਤ ਗੱਲਾਂ ਕਰਦੇ ਆ ਤੇ ਕਈ ਇਸ ਵਕਤ ਸ਼੍ਰੋਮਣੀ ਕਮੇਟੀ ਦੇ ਬਾਬਤ ਸਵਾਲ ਚੁੱਕਦੇ ਆ, ਕਈ ਨਿਹੰਗ ਸਿੰਘਾਂ ਨੂੰ ਗਾਲਾਂ ਕੱਢਦੇ ਤੇ ਕਈ ਕਿਸਾਨਾਂ ਨੂੰ ਗਾਲਾਂ ਕੱਢੀ ਜਾਂਦੇ ਆ। ਪਰ ਮੇਰੀ ਫਿਰ ਵਾਰ-ਵਾਰ ਬੇਨਤੀ ਹੁੰਦੀ ਹੈ ਕਿ ਭਾਈ ਸ਼ਬਦ ਉਹ ਸਿੱਖੀਏ ਜਿਹੜੇ ਕਿ ਸਾਨੂੰ ਸ਼ੋਭਦੇ ਆ, ਜਿਹੜੇ ਸਾਡੇ ਕਿਰਦਾਰ ਨੂੰ ਦਰਸਾਉਂਦੇ ਆ। ਜੇ ਮੰਨ ਲਓ ਕੋਈ ਵੀ ਬੰਦਾ ਜਿਹੜਾ ਹੈ ਤਾਂ ਬਿਲਕੁਲ ਗੁਰਸਿੱਖ ਰੂਪ ਦੇ ਵਿੱਚ ਪਰ ਲਿਖਦਾ ਧੀਆਂ ਭੈਣਾਂ ਦੀਆਂ ਗਾਲਾਂ ਹੋਵੇ ਮੰਨ ਲਓ ਸੋਸ਼ਲ ਮੀਡੀਆ ਤੇ, ਤਾਂ ਉਹਦੇ ਕਿਰਦਾਰ ਉਹਦੇ ਵਿਅਕਤੀਤਵ ਦੇ ਉੱਤੇ ਸਵਾਲ ਖੜੇ ਹੁੰਦੇ ਵੀ ਇਹਨੇ ਆਹ ਕੁਝ ਸਿੱਖਿਆ, ਇਹਨੇ ਗੁਰੂ ਜੀ ਦੇ ਕੋਲੋਂ ਕੀ ਹਾਸਲ ਕੀਤਾ ਹੋਇਆ। ਸੋ ਇਹਨਾਂ ਗੱਲਾਂ ਦੇ ਵੱਲ ਵੀ ਖਿਆਲ ਕਰਨਾ ਚਾਹੀਦਾ। ਸਾਰੇ ਲੋਕ ਇੱਕੋ ਜਿਹੇ ਨਹੀਂ, ਸਾਰੇ ਲੋਕ ਕਿਤੇ ਇੱਕੋ ਜਿਹੇ ਹੁੰਦੇ ਵੀ ਨਹੀਂ।
ਪਰ ਜਿਸ ਤਰੀਕੇ ਦੀਆਂ ਟਿੱਪਣੀਆਂ ਹੁੰਦੀਆਂ ਜੇ ਤਾਂ ਸੱਭਿਅਕ ਹੋਣ, ਮਰਿਆਦਾ 'ਚ ਹੋਣ, ਤਰਕ ਦੀਆਂ ਹੋਣ, ਲੌਜਿਕ ਹੋਵੇ ਉਹਨਾਂ ਦੇ ਵਿੱਚ ਤਾਂ ਗੱਲ ਬਣਦੀ ਹੈ। ਨਹੀਂ ਤਾਂ ਕਿਸੇ ਰਾਜਨੀਤਿਕ ਪਾਰਟੀ ਨੂੰ ਅਪਸ਼ਬਦਾਂ ਦੀ ਵਰਤੋਂ ਨਾ ਕਰੋ, ਕਿਸੇ ਕਲਾਕਾਰ ਨੂੰ ਗਾਲਾਂ ਨਾ ਕੱਢੋ ਅਤੇ ਕਿਸੇ ਕਦੇ ਧਰਮ ਪ੍ਰਚਾਰਕ ਨੂੰ ਗਾਲਾਂ ਨਾ ਕੱਢੋ। ਅਤੇ ਸਾਨੂੰ ਕੀ ਹੱਕ ਆ ਘਰ ਬੈਠਿਆਂ ਨੂੰ ਵੀ ਕਿਸਾਨਾਂ ਨੂੰ ਗਾਲਾਂ ਕੱਢੀ ਜਾਗੇ ਜਾਂ ਨਿਹੰਗਾਂ ਨੂੰ ਗਾਲਾਂ ਕੱਢੀ ਜਾਗੇ। ਜਿਹੜੇ ਲੋਕ ਉੱਥੇ ਜਾਂਦੇ ਆਉਂਦੇ, ਜਿਹੜੇ ਕਿ ਵਿਚਲੀ ਗੰਭੀਰਤਾ ਨੂੰ ਸਮਝਦੇ ਆ, ਉਹ ਤਾਂ ਟਿੱਪਣੀ ਕਰਨ, ਪਰ ਜਿਹੜੇ ਨੇ ਕਦੇ ਉਧਰਲੇ ਪਾਸੇ ਮੂੰਹ ਵੀ ਨਹੀਂ ਕੀਤਾ ਹੁੰਦਾ, ਸਭ ਤੋਂ ਪਹਿਲਾਂ ਟਿੱਪਣੀ ਉਹ ਕਰਦਾ ਵੀ ਲੈ ਆਹ ਤਾਂ ਵਿਕ ਗਿਆ, ਆਹ ਤਾਂ ਹੈ ਹੀ ਗੰਦਾ, ਇਹਦੀ ਭੈਣ ਮਾੜੀ, ਇਹਦਾ ਆਹ ਮਾੜਾ, ਇਹ ਫਲਾਣਾ ਮਾੜਾ, ਢੀਂਗੜਾ ਮਾੜਾ। ਆਪਾਂ ਨੂੰ ਮਾੜਾ ਜਾ ਨੈਤਿਕ ਤੌਰ ਦੇ ਉੱਤੇ ਉੱਚਾ ਹੋਣਾ ਪਊਗਾ ਜੇਕਰ ਅਸੀਂ ਅਸਲ ਮਨੁੱਖ ਹਾਂ ਤਾਂ। ਨਹੀਂ ਤਾਂ ਜਿਸ ਤਰੀਕੇ ਦੀਆਂ ਟਿੱਪਣੀਆਂ ਪੜ੍ਹੀਆਂ ਜਾਂਦੀਆਂ, ਦੁੱਖ ਹੁੰਦਾ ਜ਼ਿਹਨੀਅਤ ਦੇ ਉੱਤੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।